हेलो एंड वेलकम ਤੁਸੀਂ ਦੇਖ ਰਹੇ ਹੋ ਦ ਸਟੱਡੀ ਵੀਜ਼ਾ ਸ਼ੋ। ਮੈਂ ਹਾਂ ਤੁਹਾਡੀ ਹੋਸਟ ਸਿਮੀ ਤੇ ਅੱਜ ਮੇਰੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਐਕਸਪਰਟ ਔਰ ਕੈਨੇਡਾ ਤੋਂ ਆਏ ਹੋਏ RCIC ਮੈਂਬਰ ਜਸਪ੍ਰੀਤ ਭਾਟੀਆ ਜੀ। ਜਸਪ੍ਰੀਤ ਜੀ ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮਚ। ਜਸਪ੍ਰੀਤ ਜੀ ਤੁਸੀਂ ਹਮੇਸ਼ਾ ਹੀ ਜਿਹੜੀ ਕੋਰ ਇਨਫੋਰਮੇਸ਼ਨ ਲਿਆ ਕੇ ਸਾਨੂੰ ਦਿੰਦੇ ਹੋ, ਸਾਡੇ ਸਟੂਡੈਂਟਸ ਨੂੰ ਦਿੰਦੇ ਹੋ, ਸਭ ਤੋਂ ਪਹਿਲਾਂ ਤਾਂ ਮੈਂ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਥੈਂਕਸ ਕਰਨਾ ਚਾਹਾਂਗੀ। ਤੇ ਦੂਸਰੀ ਗੱਲ, ਅੱਜ ਅਸੀਂ ਗੱਲ ਕਰਾਂਗੇ ਕਿ PR ਦੇ ਡਿਫਰੈਂਟ ਆਪਸ਼ਨਸ ਕੀ ਨੇ ਤੇ ਜਿਹੜੇ ਵੀ ਸਟੂਡੈਂਟਸ PR ਅਪਲਾਈ ਕਰਨਾ ਚਾਹੁੰਦੇ ਨੇ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ। ਤੇ ਜਸਪ੍ਰੀਤ ਜੀ ਮੈਂ ਤੁਹਾਡੇ ਤੋਂ ਚਾਹੁੰਦੀ ਹਾਂ ਕਿ PR ਦੇ ਡਿਫਰੈਂਟ ਆਪਸ਼ਨਸ ਬਾਰੇ ਅਗਰ ਅਸੀਂ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਆਪਸ਼ਨਸ ਅਵੇਲੇਬਲ ਨੇ। ਅਗਰ ਆਪਾਂ PR ਦੇ ਆਪਸ਼ਨਸ ਡਿਸਕਸ ਕਰੀਏ, ਆਪਾਂ ਇਨ ਕੈਨੇਡਾ ਐਪਲੀਕੈਂਟਸ ਦੇ ਉੱਤੇ ਫੋਕਸ ਕਰਾਂਗੇ। ਅੱਜ ਦਾ ਐਪੀਸੋਡ ਇਜ਼ ਗੋਇੰਗ ਟੂ ਬੀ ਫॉर ਸਟੂਡੈਂਟਸ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਨੇ ਐਂਡ ਹੂ ਆਰ ਲੁਕਿੰਗ ਫਾਰਵਰਡ ਟੂ ਮੇਕਿੰਗ ਐਨ ਐਪਲੀਕੇਸ਼ਨ ਫॉर देयर PR ਦੇ ਆਪਸ਼ਨਸ ਅਗਰ ਕੈਨੇਡਾ ਦੇ ਵਿੱਚ ਆਪਾਂ ਐਕਸਪਲੋਰ ਕਰੀਏ, ਲਾਸਟ ਐਪੀਸੋਡ ਸਾਡੇ ਡਿਸਕਸ਼ਨ ਰਹੀ ਹੈਗੀ ਹੈ ਟੈਂਪਰੇਰੀ ਪਬਲਿਕ ਪੋਲਿਸੀ, ਜਿਹੜੀ ਤੁਸੀਂ ਦੇਖ ਸਕਦੇ ਹੋ ਐਂਡ ਯੂ ਕੈਨ ਹੈਵ ਮੋਰ ਇਨਫੋਰਮੇਸ਼ਨ ਔਨ ਦੈਮ। ਸੈਕੰਡਲੀ ਅੱਜ ਦਾ ਸਾਡਾ ਫੋਕਸ ਹੋਏਗਾ PNP, ਦੈਟ ਇਜ਼ ਪ੍ਰੋਵਿਜ਼ਨਲ ਨੋਮੀਨੇਸ਼ਨ ਪ੍ਰੋਗਰਾਮਸ, ਜਿਹੜੇ ਕਿ ਇੰਟਰਨੈਸ਼ਨਲ ਗ੍ਰੈਜੂਏਟਸ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਆ ਉਹਨਾਂ ਲਈ ਆਪਸ਼ਨਸ ਓਪਨ ਹੋ ਜਾਂਦੇ ਹੈ ਫॉर PNP। ਬਹੁਤ ਸਾਰੇ ਪ੍ਰੋਵਿੰਸਸ ਹੈਗੇ ਨੇ ਕੈਨੇਡਾ ਦੇ ਵਿੱਚ, ਜਿਵੇਂ ਆਪਾਂ ਇੰਡੀਆ 'ਚ ਸਟੇਟ ਕਹਿੰਦੇ ਆ, ਕੈਨੇਡਾ ਦੇ ਵਿੱਚ ਉਹਨਾਂ ਨੂੰ ਪ੍ਰੋਵਿੰਸਸ ਕਹਿੰਦੇ ਨੇ। ਹਰ ਪ੍ਰੋਵਿੰਸ ਦੀ ਆਪਣੀ PR ਦੀ ਪਾਲਿਸੀ ਹੈਗੀ ਹੈ। ਹਰ ਪ੍ਰੋਵਿੰਸ ਆਪਸ਼ਨ ਦਿੰਦਾ ਹੈ ਆਪਣੇ ਸਟੂਡੈਂਟਸ ਨੂੰ ਜਿਨ੍ਹਾਂ ਨੇ ਉੱਥੋਂ ਪੜ੍ਹਾਈ ਕੀਤੀ ਹੋਈ ਹੈ, ਸੋ ਦੈਟ ਦੇ ਕੈਨ ਅਪਲਾਈ ਫॉर PR ਡਾਇਰੈਕਟਲੀ। Focusing on Ontario today, which is OINP, Ontario Immigration Nomination Program, ਜਿਹਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟ ਸਟੂਡੈਂਟਸ ਨੂੰ ਬਹੁਤ ਵਧੀਆ ਆਪਸ਼ਨ ਦਿੱਤੀ ਜਾਂਦੀ ਹੈ PR ਦੀ। ਜੀ ਬਿਲਕੁਲ। ਤੇ OINP ਦੀ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਅੱਛੀ ਆਪਸ਼ਨਸ ਦਿੱਤੀ ਜਾਂਦੀ ਹੈ। ਮੈਂ ਇਹ ਚਾਹਾਂਗੀ ਥੋੜਾ ਡਿਟੇਲ 'ਚ ਇਹਦੇ ਬਾਰੇ ਸਾਡੇ ਸਟੂਡੈਂਟਸ ਨੂੰ ਦੱਸੋ ਕਿ ਕਿਸ ਤਰ੍ਹਾਂ ਉਹ ਅਪਲਾਈ ਕਰ ਸਕਦੇ। ਬਿਲਕੁਲ। ਓਨਟੇਰੀਓ PNP ਦੇ ਬਾਰੇ ਅੱਜ ਅਸੀਂ ਫੋਕਸ ਕਰਾਂਗੇ। ਬਹੁਤ ਸਾਰੀਆਂ PNPs ਨੇ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰ ਸਕਦੇ ਹਾਂ, ਬਟ ਅੱਜ ਦੇ ਐਪੀਸੋਡ 'ਚ ਅਸੀਂ ਓਨਟੇਰੀਓ ਦੀ PNP ਬਾਰੇ ਡਿਟੇਲ 'ਚ ਡਿਸਕਸ਼ਨ ਕਰਦੇ ਹਾਂ। ਓਨਟੇਰੀਓ PNP ਦੇ ਵਿੱਚ ਅਗਰ ਤੁਸੀਂ 2 ਸਾਲ ਦੀ ਪੜ੍ਹਾਈ ਕੀਤੀ ਹੋਈ ਹੈ ਓਨਟੇਰੀਓ ਦੇ ਪ੍ਰੋਵਿੰਸ, ਮੇਜਰਲੀ ਆਪਣਾ ਬੱਚਾ ਓਨਟੇਰੀਓ ਪ੍ਰੋਵਿੰਸ 'ਚ ਜਾਣਾ ਪ੍ਰੈਫਰ ਕਰਦਾ ਹੈ ਬਿਕੋਜ਼ ਆਫ ਜੌਬ ਓਪਰਚੁਨਿਟੀਜ਼ ਐਂਡ ਆਲ। ਤੁਸੀਂ ਅਗਰ ਆਪਣੀ 2 ਸਾਲ ਦੀ ਪੜ੍ਹਾਈ ਕੰਪਲੀਟ ਕੀਤੀ, ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਯੂ ਆਰ ਇਨ NOC OAB ਕੈਟਾਗਰੀ ਜੌਬ, ਆਪਣੇ ਕੋਲ ਸਿਰਫ ਜੌਬ ਆਫਰ ਹੋਣੀ ਜ਼ਰੂਰੀ ਹੈ। ਫੋਰਚੂਨੇਟਲੀ ਸਾਨੂੰ ਕੋਈ ਪ੍ਰੂਫ ਆਫ ਫੰਡਸ, ਕੋਈ IELTS ਸਕੋਰ ਵਗੈਰਾ ਦਿਖਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਯੂ ਜਸਟ ਨੀਡ ਟੂ ਬੀ ਹੈਵਿੰਗ ਐਲੀਜੀਬਲ ਜੌਬ ਆਫਰ। ਵਾਟ ਆਈ ਮੀਨ ਬਾय दैट ਐਲੀਜੀਬਲ ਜੌਬ ਆਫਰ ਇਜ਼ ਕਿ ਆਪਣੇ ਕੋਲ NOC O A ਜਾਂ B ਦੀ ਕੈਟਾਗਰੀ ਦੀ ਨੌਕਰੀ ਹੋਣੀ ਚਾਹੀਦੀ ਹੈ। ਮਤਲਬ ਕਿ ਤੁਸੀਂ ਜਾਂ ਤਾਂ ਕੋਈ ਸਪੈਸੀਫਿਕ ਟ੍ਰੇਡ 'ਚ ਹੋਣੇ ਚਾਹੀਦੇ ਹੋ, ਜਿਹਦੇ ਕਰਕੇ ਫॉर एग्जांपल ਯੂ ਆਰ ਐਨ ਇੰਜੀਨੀਅਰ, ਸੌਫਟਵੇਅਰ ਇੰਜੀਨੀਅਰ ਦੀ ਜੌਬ ਕਰ ਰਹੇ ਹੋ, ਟੈਕਨੀਸ਼ੀਅਨ ਦੀ ਜੌਬ ਕਰ ਰਹੇ ਹੋ। ਅਗਰ ਤੁਸੀਂ ਕਲਨਰੀ ਜਾਂ ਹਸਪਿਟੈਲਿਟੀ ਦਾ ਕੋਈ ਕੋਰਸ ਕੀਤਾ ਹੈ ਤੇ ਤੁਸੀਂ ਸ਼ੈਫ ਹੋ, ਕੁਕ ਹੋ, ਤੁਸੀਂ ਇਹਦੇ ਅੰਡਰ ਅਪਲਾਈ ਕਰ ਸਕਦੇ ਹੋ, ਵਿਚ ਇਜ਼ NOC OAB। ਜਾਂ ਤੁਸੀਂ ਕਿਸੇ ਮੈਨੇਜਰੀਅਲ ਰੋਲ ਤੇ ਹੋ, ਫॉर एग्जांपल ਇਫ ਯੂ ਆਰ ਔਨ ਅ ਸੁਪਰਵਾਈਜ਼ਰੀ ਰੋਲ ਜਾਂ ਤੁਸੀਂ ਕਿਤੇ ਅਸਿਸਟੈਂਟ ਮੈਨੇਜਰ ਲੱਗੇ ਹੋ, ਤਾਂ ਵੀ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਅਪਲਾਈ ਕਰਨ ਲਈ ਅੰਡਰ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਆਫ ਓਨਟੇਰੀਓ। ਦ ਫਸਟ ਥਿੰਗ ਦੈਟ ਆਈ ਵੁੱਡ ਲਾਈਕ ਟੂ ਟੈਲ ਯੂ ਆਲ ਇਜ਼ ਕਿ ਪਿਛਲੇ ਸਾਲ ਤੱਕ ਓਨਟੇਰੀਓ ਦੀ PNP ਬਹੁਤ ਹੀ ਸਟ੍ਰੈਸਫੁਲ ਚੀਜ਼ ਸੀ ਓਨਟੇਰੀਓ ਦੇ ਐਪਲੀਕੈਂਟਸ ਲਈ ਜਿਹੜੇ ਓਨਟੇਰੀਓ 'ਚ ਪੜ੍ਹਦੇ ਸੀ। ਸਾਰੇ ਬੱਚੇ ਅਗਰ ਆਪਾਂ ਦੇਖੀਏ ਓਨਟੇਰੀਓ ਛੱਡ ਕੇ ਦੂਜੇ ਪ੍ਰੋਵਿੰਸਿਸ ਦੇ ਵਿੱਚ ਜਾਂਦੇ ਹੁੰਦੇ ਸੀ, ਕਿਉਂਕਿ ਓਨਟੇਰੀਓ ਦੀ PNP ਪੋਰਟਲ ਤੇ ਟਾਈਮ ਬੇਸਡ ਹੁੰਦੀ ਸੀ। ਜਿਹੜਾ ਪੋਰਟਲ ਖੁੱਲ੍ਹਦਾ ਸੀ ਉਹ ਕੁਝ ਮਿੰਟਾਂ ਲਈ ਖੁੱਲ੍ਹਦਾ ਸੀ, ਜਿਵੇਂ ਅੱਜ ਰਾਤ ਨੂੰ ਸਾਨੂੰ ਪਤਾ ਲੱਗੇਗਾ ਕਿ ਸਵੇਰੇ ਪੋਰਟਲ ਖੁੱਲ ਰਿਹਾ ਹੈ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਲਈ। ਤੇ ਜਦੋਂ ਤੱਕ ਬੱਚਾ ਸਵੇਰੇ ਪੋਰਟਲ ਖੋਲ੍ਹਦਾ ਸੀ, ਫॉर दैट मैटर ਅਗਰ ਅਸੀਂ ਵੀ ਕੋਸ਼ਿਸ਼ ਕਰਦੇ ਸੀ ਐਪਲੀਕੇਸ਼ਨਸ ਲਗਾਉਣ ਲਈ, ਪੋਰਟਲ ਵਿਦਿਨ 15 ਮਿੰਟਸ ਚੋਕ ਹੋ ਜਾਂਦਾ ਸੀ, ਆਊਟ ਆਫ ਸਰਵਿਸ ਹੋ ਜਾਂਦਾ ਸੀ। ਐਂਡ ਇਸ ਕਰਕੇ ਬੱਚਾ ਓਨਟੇਰੀਓ ਛੱਡ ਕੇ ਦੂਜੇ ਪ੍ਰੋਵਿੰਸਿਸ ਵੱਲ ਭੱਜਦਾ ਸੀ, ਕਿਉਂਕਿ ਦੂਜੇ ਪ੍ਰੋਵਿੰਸਿਸ 'ਚ ਪੋਰਟਲ ਹਰ ਟਾਈਮ ਲਈ ਇੰਟਰਨੈਸ਼ਨਲ ਗ੍ਰੈਜੂਏਟ ਲਈ ਖੁੱਲ੍ਹਾ ਹੁੰਦਾ ਹੈ। ਬਟ ਓਨਟੇਰੀਓ ਨੇ ਗੁੱਡ ਨਿਊਜ਼ ਇਸ ਸਾਲ ਦਿੱਤੀ ਹੈ। ਕੈਨੇਡਾ ਇਜ਼ ਓਨਲੀ ਗਿਵਿੰਗ ਗੁੱਡ ਨਿਊਜ਼ ਟੂ ਇੰਟਰਨੈਸ਼ਨਲ ਸਟੂਡੈਂਟਸ ਇਨ ਕੈਨੇਡਾ ਫॉर देयर PR। ਤੇ ਓਨਟੇਰੀਓ ਨੇ ਵੀ ਅੱਛਾ ਸਟੈਪ ਲਿੱਤਾ ਕਿ ਹੁਣ ਤੁਹਾਨੂੰ ਅਪਲਾਈ ਕਰਨ ਲਈ ਓਨਟੇਰੀਓ ਦੇ ਵਿੱਚ PR ਲਈ ਤੁਹਾਨੂੰ ਪੋਰਟਲ ਖੁੱਲ੍ਹਣ ਦੀ ਵੇਟ ਨਹੀਂ ਕਰਨੀ, ਕਿਉਂਕਿ ਪੋਰਟਲ ਖੁੱਲ੍ਹ ਚੁੱਕੇ ਨੇ। ਪੋਰਟਲ ਪੂਰਾ ਟਾਈਮ ਇਸ ਟਾਈਮ ਤੇ ਖੁੱਲ੍ਹਾ ਹੋਇਆ ਹੈ। ਐਕਸਪ੍ਰੈਸ਼ਨ ਆਫ ਇੰਟਰਸਟ ਦੀ ਪੋਲਿਸੀ ਉਹਨਾਂ ਨੇ ਯੂਜ਼ ਕਰ ਲਈ ਹੈ। ਹੁਣ ਤੁਸੀਂ ਕੰਫਰਟੇਬਲੀ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ ਐਂਡ ਯੂ ਕੈਨ ਵੇਟ ਐਂਡ ਫॉर ਦੀ nomination or letter of interest to come in and make an application for your PR.
ਬਿਲਕੁਲ ਤੇ ਇੱਕ ਬਹੁਤ ਹੀ ਵੱਡੀ ਪੋਜ਼ਿਟਿਵ ਔਰ ਗੁੱਡ ਨਿਊਜ਼ ਹੈ ਉਹਨਾਂ ਸਟੂਡੈਂਟਸ ਵਾਸਤੇ ਜਿਹੜੇ ਕਿ ਓਨਟਾਰੀਓ 'ਚ ਆਪਣੀ ਪੀਆਰ ਲਗਾਉਣਾ ਚਾਹੁੰਦੇ ਨੇ ਕਿ ਹੁਣ ਪਹਿਲੇ ਵਰਗੀ ਪ੍ਰੋਬਲਮਸ ਨਹੀਂ ਆਉਣਗੀਆਂ। ਓਨਟਾਰੀਓ 'ਚ ਤੁਸੀਂ ਈਜ਼ੀਲੀ ਆਪਣੀ ਪੀਆਰ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਹੋ। ਡਾਕੂਮੈਂਟੇਸ਼ਨ ਬਾਰੇ ਤੁਸੀਂ ਕਿਹਾ ਜਸਪ੍ਰੀਤ ਜੀ ਕਿ ਬਹੁਤ ਜ਼ਿਆਦਾ ਡਾਕੂਮੈਂਟੇਸ਼ਨ ਜ਼ਰੂਰੀ ਨਹੀਂ ਹੁੰਦੀ, ਤੁਹਾਡੇ ਆਇਲਸ ਸਕੋਰ ਜ਼ਰੂਰੀ ਨਹੀਂ ਹੁੰਦੇ ਔਰ ਤੇ ਕਿਹੜੇ ਬੇਸਿਕ ਡਾਕੂਮੈਂਟਸ ਹੈ ਜਿਹੜੇ ONIP ਵਾਸਤੇ ਜ਼ਰੂਰੀ ਹੋਣਗੇ? OINP ਦੀ ਅਗਰ ਮੈਂ ਗੱਲ ਕਰਾਂ ਤਾਂ ਮੇਜਰ ਇੰਪੋਰਟੈਂਟ ਡਾਕੂਮੈਂਟ ਅਗਰ EMPLOYEE ਦੀ ਤਾਂ ਇਹ ਹੋ ਗਈ, EMPLOYEE ਦੀਆਂ ਰਿਕੁਆਇਰਮੈਂਟਸ ਹੋ ਗਈਆਂ ਕਿ ਤੁਹਾਡੇ ਕੋਲ NOC OAB ਦੀ ਨੌਕਰੀ ਹੋਣੀ ਚਾਹੀਦੀ ਹੈ, ਵੈਲਿਡ ਸਟੇਟਸ ਤੇ ਕੈਨੇਡਾ ਦੇ ਵਿੱਚ ਹੋਣੀ ਚਾਹੀਦੀ ਹੈ, ਓਨਟਾਰੀਓ ਤੋਂ ਤੁਹਾਡੀ ਪੜ੍ਹਾਈ ਹੋਣੀ ਚਾਹੀਦੀ ਹੈ, ਓਨਟਾਰੀਓ ਪ੍ਰੋਵਿੰਸ ਤੋਂ ਤੁਹਾਡੀ ਪੜ੍ਹਾਈ ਕੰਪਲੀਟ ਹੋਣੀ ਚਾਹੀਦੀ ਹੈ। ਮੇਜਰ ਜਿਹੜਾ ਸਾਡੇ ਕੋਲ ਇੰਪੋਰਟੈਂਟ ਡਾਕੂਮੈਂਟ ਇਹਦੇ 'ਚ ਹੁੰਦਾ ਹੈ EMPLOYER ਰਿਕੁਆਇਰਮੈਂਟਸ। ਤੁਹਾਡਾ EMPLOYER ਦੀਆਂ ਰਿਕੁਆਇਰਮੈਂਟਸ ਬਹੁਤ ਜ਼ਰੂਰੀ ਹੈ। ਦੇਰ ਆਰ ਸਰਟਨ ਰਿਕੁਆਇਰਮੈਂਟਸ ਦੈਟ ਯੋਰ EMPLOYER ਨੀਡਸ ਟੂ ਮੀਟ, ਜਿਵੇਂ ਕਿ ਉਹਨਾਂ ਦਾ ਜਿਹੜਾ ਰੈਵਨਿਊ ਹੈ ਉਹ $1 ਮਿਲੀਅਨ ਤੱਕ ਦਾ ਹੋਣਾ ਚਾਹੀਦਾ ਹੈ ਈਅਰਲੀ, ਉਹਨਾਂ ਕੋਲ ਐਟਲੀਸਟ 5 PR ਜਾਂ ਸਿਟੀਜ਼ਨਸ ਨੌਕਰੀ ਕਰਦੇ ਹੋਣੇ ਚਾਹੀਦੇ ਨੇ। ਤਾਂ ਤੁਹਾਡਾ EMPLOYER ਦੀਆਂ ਰਿਕੁਆਇਰਮੈਂਟਸ ਮੀਟ ਹੋਣੀਆਂ ਬਹੁਤ ਜ਼ਰੂਰੀ ਹੈ। ਸੈਕੰਡਲੀ ਤੁਹਾਡਾ EMPLOYER ਕੰਫਰਟੇਬਲ ਹੋਣਾ ਚਾਹੀਦਾ ਹੈ। ਇੱਕ EMPLOYER ਫਾਰਮ ਹੈ ਭਰਨ ਲਈ ਕਿ ਉਹ ਫਾਰਮ ਭਰੇਗਾ ਤੁਹਾਡਾ EMPLOYER ਜਿਹਦੇ 'ਚੋਂ ਮੈਂਸ਼ਨ ਕਰਨਗੇ ਕਿ ਉਹ ਤੁਹਾਨੂੰ ਕਿਸ ਪੋਜੀਸ਼ਨ ਤੇ ਹਾਇਰ ਕਰ ਰਹੇ ਹੈ, ਤੁਹਾਡੀਆਂ ਜੌਬਸ ਐਂਡ ਡਿਊਟੀਜ਼ ਕੀ ਹੋਣਗੀਆਂ। ਸੈਕੰਡਲੀ ਤੁਹਾਡਾ EMPLOYER ਸ਼ੁੱਡ ਬੀ ਕੰਫਰਟੇਬਲ ਇਨ ਸ਼ੇਅਰਿੰਗ देयर ਰੈਵਨਿਊ ਡਿਟੇਲਸ ਵਿਦ ਯੋਰ PR ਐਪਲੀਕੇਸ਼ਨ, ਕਿਉਂਕਿ ਕੱਲ ਨੂੰ ਇਮੀਗ੍ਰੇਸ਼ਨ ਆਫਿਸਰ ਜਾਂ ਵੀਜ਼ਾ ਆਫਿਸਰ ਤੁਹਾਡੇ EMPLOYER ਤੋਂ CRA ਦੇ ਪੇਪਰ ਮੰਗਾ ਸਕਦਾ ਹੈ, ਮਤਲਬ ਟੈਕਸ ਡਾਕੂਮੈਂਟਸ ਮੰਗਾ ਸਕਦਾ ਹੈ। ਤੇ ਅਗਰ ਤੁਹਾਡਾ EMPLOYER ਉਹ ਪੇਪਰ ਦੇਣ ਨੂੰ ਕੰਫਰਟੇਬਲ ਨਹੀਂ ਹੋਏਗਾ ਫਿਊਚਰ 'ਚ ਤਾਂ ਤੁਹਾਡੀ ਓਨਟਾਰੀਓ ਦੀ PNP ਲੱਗਣੀ ਬਹੁਤ ਮੁਸ਼ਕਿਲ ਹੈ। ਇਸ ਕਰਕੇ ਆਪਣਾ EMPLOYER ਵਧੀਆ ਚੂਜ਼ ਕਰੋ। ਡੋਂਟ ਗੈਟ ਐਕਸਪਲੋਇਟਡ ਬਾਈ EMPLOYER, ਕਿਉਂਕਿ ਵੀ ਸੀ ਦਿਸ ਐਵਰੀ ਡੇ ਕਿ EMPLOYER ਤੁਹਾਨੂੰ ਜੌਬ ਤਾਂ ਹੀ ਦਿੰਦੇ ਹੈ ਜਦੋਂ ਤੁਸੀਂ PNP ਲਗਾਉਣ ਦੀ ਗੱਲ ਕਰਦੇ ਹੋ ਓਨਟਾਰੀਓ ਦੀ, ਉਹ ਤੁਹਾਨੂੰ ਐਕਸਪਲੋਇਟ ਕਰਨਗੇ, ਤੁਹਾਡੇ ਤੋਂ ਐਕਸਟਰਾ ਪੈਸੇ ਮੰਗਣਗੇ, ਤੁਹਾਨੂੰ ਕਹਿਣਗੇ ਕਿ ਅਸੀਂ ਸਾਡੇ ਕੋਲ ਆਪਣਾ ਇਮੀਗ੍ਰੇਸ਼ਨ ਲਾਇਰ ਹੈ, 20-25 ਹਜ਼ਾਰ ਡਾਲਰ ਤੁਹਾਡੇ ਤੋਂ ਚਾਰਜ ਕਰਨਗੇ। ਇਸ ਕਰਕੇ ਮੈਂ ਤੁਹਾਨੂੰ ਰਿਕਮੈਂਡ ਕਰਾਂਗੀ ਕਿ ਤੁਸੀਂ ਵਧੀਆ EMPLOYER ਨਾਲ ਜੌਬ ਕਰੋ, ਆਪਣੀਆਂ ਪਹਿਲਾਂ ਤੋਂ ਹੀ ਆਪਸ਼ਨਸ ਐਕਸਪਲੋਰ ਕਰਕੇ ਰੱਖੋ ਕਿ ਤੁਹਾਡਾ EMPLOYER ਕੱਲ ਨੂੰ ਤੁਹਾਨੂੰ ਐਕਸਪਲੋਇਟ ਨਾ ਕਰੇ। ਬਸ ਇਹੀ ਇੱਕ ਮੇਜਰ ਹਿਚ ਹੈਗਾ ਹੈ ਇਸ PNP ਦੇ ਵਿੱਚ ਕਿ EMPLOYER ਫਾਰਮ ਤੁਹਾਡਾ ਪਰ ਉਹਨੂੰ EMPLOYER ਕੰਫਰਟੇਬਲ ਹੋਣਾ ਚਾਹੀਦਾ ਹੈ। ਅਪਾਰਟ ਫਰਮ ਦੈਟ no IELTS requirements, no work experience requirement for international graduate stream। अगर मैं दूसरी स्ट्रीम की गल करा इन डिमांड ऑक्यूपेशन, क्योंकि NOC OAB वाला जो बच्चा है वो ए स्ट्रीम च अप्लाई कर सकता है, लेकिन जो बच्चा हुण कहे कि मेरे को NOC OAB की जॉब नहीं हैगी, आई एम एन इंडस्ट्रीयल लेबर या मैं की कहते हैं एक ट्रक ड्राइवर हाँ, तो मेरे को की ऑप्शनस हैं, या मैं नर्स हाँ, वट कैन आई एम वर्किंग एज अ होम सपोर्ट वर्कर, तो मेरे को की ऑप्शनस हैं, वो बच्चे अप्लाई कर सकते हैं इन डिमांड ऑक्यूपेशन स्ट्रीम दे विच। वो स्ट्रीम इस टाइम ते ओपन नहीं हैगी है to make an application for your PR, but the latest news is कि coming weeks ਦੇ ਵਿੱਚ ਉਹਦਾ ਵੀ ਪੋਰਟਲ ਖੁੱਲ ਜਾਣਾ ਚਾਹੀਦਾ ਹੈ and you will be able to make an application। ਉਹਦੀ ਡਾਕੂਮੈਂਟੇਸ਼ਨ ਦੀ ਅਗਰ ਮੈਂ ਗੱਲ ਕਰਾਂ, eligibility criteria first of all would be ਕਿ ਤੁਹਾਡੇ ਕੋਲ 9 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਉਸ eligible trade 'ਚ। ਫੋਰ ਐਗਜ਼ਾਮਪਲ ਅਗਰ ਤੁਸੀਂ ਟਰੱਕ ਡਰਾਈਵਰ ਰਹੇ ਹੋ in the past, ਤੁਹਾਡੇ ਕੋਲ ਐਟਲੀਸਟ 9 months ਦਾ eligible ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਤੁਹਾਡੇ ਕੋਲ IELTS ਸਕੋਰ ਹੋਣਾ ਚਾਹੀਦਾ ਹੈ ਆਪਣਾ। ਐਂਡ ਅਗੇਨ EMPLOYER ਫਾਰਮ ਤੇ EMPLOYER ਦੀਆਂ ਰਿਕੁਆਇਰਮੈਂਟਸ ਸੇਮ ਰਹਿਣਗੀਆਂ। ਤੁਸੀਂ ਹੋਰ ਇਨਫੋਰਮੇਸ਼ਨ ਸਾਡੇ ਤੋਂ ਅਗਰ ਇਹਦੇ ਤੋਂ ਲੈਣੀ ਹੈ, ਬਿਕੋਜ਼ ਇਟ ਇਜ਼ ਲਿਟਲ ਟ੍ਰਿਕੀ ਵੈਨ ਇਟ ਕਮਸ ਟੂ EMPLOYER ਰਿਕੁਆਇਰਮੈਂਟਸ ਐਂਡ ਫਿਲਿੰਗ ਦੀ EMPLOYER ਫਾਰਮ, ਤੁਸੀਂ ਸਾਡੇ ਨਾਲ ਟੱਚ ਬੇਸ ਬਣਾ ਸਕਦੇ ਹੋ। ਆਈ ਐਮ ਇਨ ਇੰਡੀਆ ਫॉर ਅਨਦਰ 1 month ਤੇ ਮੈਂ ਇੱਥੇ 1 ਮਹੀਨੇ ਲਈ ਹੋਰ ਹੈਗੀ ਹਾਂ। ਆਈ ਕੈਨ ਡੂ ਵਰਚੁਅਲ ਮੀਟਿੰਗਸ ਵਿਦ ਯੂ। ਤੁਸੀਂ ਮੈਨੂੰ ਡਾਇਰੈਕਟ WhatsApp ਕਰ ਸਕਦੇ ਹੋ ਮੇਰੇ ਕੈਨੇਡੀਅਨ ਨੰਬਰ ਤੇ, ਜੋ ਕਿ ਹੈ +1 647 997 2486। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ at canada@landmarkimmigration.com। ਤੇ ਸੋ ਸਾਡੀ ਇੰਡੀਆ ਦੀ ਟੀਮ ਦੇ ਨਾਲ ਵੀ ਟੱਚ ਬੇਸ ਬਣਾ ਸਕਦੇ ਹੋ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਜੀ ਬਿਲਕੁਲ, ਔਰ ਇੱਦਾਂ ਦੀ ਅਸਿਸਟੈਂਟ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਹੋਰ ਮਿਲਣ ਵਾਲੀ ਹੈ। ਦੈਟ ਇਜ਼ ਵਾਟ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਨੋਨ ਫॉर। ਤੁਸੀਂ ਕਦੀ ਵੀ ਸਾਨੂੰ ਕੁਐਰੀ ਵਾਸਤੇ ਕਾਲ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ। ਜਿਸ ਤਰ੍ਹਾਂ ਮੈਮ ਨੇ ਆਪਣਾ ਪਰਸਨਲ ਨੰਬਰ ਤੁਹਾਨੂੰ ਦਿੱਤਾ, ਤੁਸੀਂ ਉਹਨਾਂ ਨਾਲ ਸਪੈਸ਼ਲੀ ਕੰਸਲਟ ਕਰ ਸਕਦੇ ਹੋ। ਕੋਈ ਵੀ ਕੁਐਰੀ ਹੈ ਤੁਹਾਡੀ, ਉਹਦਾ ਆਨਸਰ ਤੁਹਾਨੂੰ ਜ਼ਰੂਰ ਮਿਲੇਗਾ। ਤੇ ਥੈਂਕਸ ਫॉर ਵਾਚਿੰਗ ਐਂਡ ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ ਯੂ।